ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਪਿਛਲੇ ਵਿਖਿਆਨਾਂ ਦੇ ਵਿੱਚ ਮੈਂ ਤੁਹਾਡੇ ਨਾਲ ਵਿਸ਼ਵ ਵਿਆਪੀ ਉੱਪਰ ਵਾਪਰ ਰਹੇ ਜਿਹੜੇ ਵਰਤਾਰੇ ਹੁੰਦੇ ਨੇ ਉਹਨਾਂ ਦੇ ਬਾਰੇ ਸਾਂਝ ਪਾਉਣ ਦਾ ਯਤਨ ਕੀਤਾ ਸੀ। ਉਹਨਾਂ ਦੇ ਵਿੱਚ ਚਾਹੇ ਫਰੀ ਮੈਸਨਸ ਦੀ ਗੱਲ ਸੀ, ਲਿਊਮੀਨਾਤੀ ਦੀ ਗੱਲ ਸੀ, ਰੌਥਚਾਈਲਡ ਦੀ ਗੱਲ ਸੀ, ਰੌਕਫੈਲਰ ਘਰਾਣੇ ਦੀ ਗੱਲ ਸੀ, ਜਾਂ ਫਿਰ JP ਮੋਰਗਨ ਘਰਾਣੇ ਦੀ ਗੱਲ ਸੀ। ਉਹ ਸਾਰੀਆਂ ਘਟਨਾਵਾਂ, ਵਾਪਰੇ ਹੋਏ ਵਰਤਾਰੇ ਤੁਹਾਡੇ ਨਾਲ ਸਾਂਝੇ ਕਰਨ ਦਾ ਮੇਰਾ ਪ੍ਰਯੋਜਨ ਇਹ ਸੀ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਜਿਹੜੇ ਲੋਕ ਆਰਥਿਕ ਅਜ਼ਾਰੇਦਾਰੀ ਦੇ ਸਦਕਾ ਜਾਂ ਜਿਹੜੇ ਬਹੁਤ ਵੱਡੇ ਸਨਅਤੀ ਘਰਾਣੇ ਸਾਰੇ ਹੀ ਵਪਾਰਕ ਤੋਂ ਲੈ ਕੇ ਖੇਤੀ ਤੱਕ ਦੇ ਖੇਤਰ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਨੇ, ਉਹਨਾਂ ਦੀਆਂ ਸਾਜ਼ਿਸ਼ਾਂ ਕਿਵੇਂ ਦੀਆਂ ਹੁੰਦੀਆਂ ਨੇ। ਜਦੋਂ ਅੱਜ ਅਸੀਂ ਕਿਸਾਨ ਵਿਰੋਧੀ ਕਾਨੂੰਨਾਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਇੱਕ ਗੱਲ ਤਾਂ ਬੜੀ ਉੱਭਰ ਕੇ ਸਾਹਮਣੇ ਆ ਜਾਂਦੀ ਹੈ ਕਿ ਕਿਤੇ ਨਾ ਕਿਤੇ ਬਹੁਤ ਵੱਡੀਆਂ ਜਿਹੜੀਆਂ ਵਪਾਰਕ ਕੰਪਨੀਆਂ, ਸਨਅਤੀ ਘਰਾਣੇ ਜਾਂ ਜਿਨ੍ਹਾਂ ਨੂੰ ਅਸੀਂ ਅੰਤਰਰਾਸ਼ਟਰੀ ਬੈਂਕਰ ਕਹਿ ਸਕਦੇ ਹਾਂ, ਕਿਤੇ ਨਾ ਕਿਤੇ ਉਹ ਲੋਕ ਨੇ ਜਿਹੜੇ ਇਸ ਸਾਰੇ ਅਨਾਜ ਦੇ ਖੇਤਰ ਦੇ ਉੱਪਰ ਕਾਬਜ਼ ਹੋਣਾ ਚਾਹੁੰਦੇ ਨੇ। ਉਹ ਕਾਬਜ਼ ਕਿਸ ਤਰੀਕੇ ਦੇ ਨਾਲ ਹੁੰਦੇ ਨੇ? ਕਿਉਂਕਿ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਉਹਨਾਂ ਦੇ ਅਧੀਨ ਹੁੰਦੀਆਂ ਨੇ ਅਤੇ ਸਰਕਾਰਾਂ ਨੂੰ ਉਹੀ ਕੁਝ ਕਰਨਾ ਪੈਂਦਾ ਹੈ ਜੋ ਕੁਝ ਉਹ ਚਾਹੁੰਦੇ ਨੇ, ਕਿਉਂਕਿ ਆ ਜਾ ਕੇ ਸਰਕਾਰਾਂ ਵੀ ਆਰਥਿਕ ਵਸੀਲਿਆਂ ਦੇ ਉੱਪਰ ਨਿਰਭਰ ਹੁੰਦੀਆਂ ਨੇ। ਜੇਕਰ ਤੁਸੀਂ ਵਿਸਥਾਰ ਦੇ ਵਿੱਚ ਮੈਂ ਇੱਕ ਉਦਾਹਰਨ ਹੀ ਸਾਂਝੀ ਕਰਾਂ, ਟਾਈਟੈਨਿਕ ਇੱਕ ਸਮੁੰਦਰੀ ਜਹਾਜ਼, ਉਸ ਦੇ ਡੁੱਬਣ ਦੇ ਬਾਰੇ ਫਿਲਮਾਂ ਵੀ ਬਣੀਆਂ, ਮਸ਼ਹੂਰ ਵੀ ਹੋਈਆਂ, ਅਸੀਂ ਵੇਖੀਆਂ ਵੀ। ਉਹਨਾਂ ਫਿਲਮਾਂ ਨੂੰ ਇੱਕ ਰੋਮਾਂਟਿਕ ਕਹਾਣੀ ਦੇ ਰੂਪ ਦੇ ਵਿੱਚ ਉਹਦੀ ਪੇਸ਼ਕਾਰੀ ਕਿਵੇਂ ਕੀਤੀ ਗਈ ਕਿ ਉਹਦੇ ਵਿੱਚ ਵੀ ਜਿੱਥੇ ਬਹੁਤ ਵੱਡੇ ਇੱਕ ਸਾਜ਼ਿਸ਼ਕਰਤਾ ਘਰਾਣੇ ਸੀ, ਉਹਨਾਂ ਨੂੰ ਬਿਲਕੁਲ ਉਸ ਦੋਸ਼ ਤੋਂ ਮਨਫੀ ਕਰ ਦਿੱਤਾ ਗਿਆ। ਪਰ ਸਾਡੀ ਮਾਨਸਿਕਤਾ ਦੇ ਵਿੱਚ ਜਿਹੜਾ ਇਮੇਜ ਸਿਰਜਿਆ ਗਿਆ ਉਹ ਵੀ ਉਹ ਇਮੇਜ ਸੀ ਜਿਹਦੇ ਵਿੱਚੋਂ ਬਹੁਤ ਵੱਡੇ ਵਪਾਰਕ ਘਰਾਣਿਆਂ ਨੇ ਕਮਾਈ ਕੀਤੀ। ਸੋ ਜਦੋਂ ਅਸੀਂ ਟਾਈਟੈਨਿਕ ਦੀ ਗੱਲ ਕਰਦੇ ਹਾਂ ਤਾਂ ਵੈਸੇ ਤਾਂ ਹੁਣ ਬਹੁਤ ਸਾਰੀਆਂ ਐਸੀਆਂ ਖੋਜਾਂ ਜਿਹੜੀਆਂ ਕਿ ਵੱਖ-ਵੱਖ ਵੈਬਸਾਈਟਸ ਦੇ ਉੱਪਰ, YouTube ਚੈਨਲ ਦੇ ਉੱਪਰ ਮੌਜੂਦ ਨੇ, ਪਰ ਜਿਹੜੇ ਪੰਜਾਬੀ ਦੇ ਪਾਠਕ ਨੇ ਜੇਕਰ ਉਹਨਾਂ ਨੇ ਜਾਣਕਾਰੀ ਲੈਣੀ ਹੋਵੇ ਤਾਂ ਮੇਰੇ ਖਿਆਲ ਦੇ ਨਾਲ ਡਾਕਟਰ ਦਲਜੀਤ ਸਿੰਘ ਹੁਣਾਂ ਦੀ ਲਿਖੀ ਕਿਤਾਬ ਸੱਚ ਦੀ ਭਾਲ ਵਿੱਚ ਉਸ ਨੂੰ ਜ਼ਰੂਰ ਪੜ੍ਹੋ। ਤੁਹਾਨੂੰ ਕਿਤੇ ਨਾ ਕਿਤੇ ਇਹ ਸਮਝਣ ਦੇ ਵਿੱਚ ਆਸਾਨੀ ਹੋਵੇਗੀ ਕਿ ਇਹ ਜਿਹੜੇ ਬਹੁਤ ਵੱਡੇ ਸਨਅਤੀ ਘਰਾਣੇ ਨੇ ਜਿਹੜੇ ਸਾਰੀ ਦੁਨੀਆ ਦੀ ਦੌਲਤ ਦੇ ਉੱਪਰ ਕਾਬਜ਼ ਹੋ ਕੇ ਲੋਕਾਂ ਨੂੰ ਆਪਣੇ ਜ਼ਰ ਖਰੀਦ ਬਣਾਉਣਾ ਚਾਹੁੰਦੇ ਨੇ, ਇਹ ਸਾਰੀਆਂ ਘਟਨਾਵਾਂ ਨੂੰ ਅੰਜਾਮ ਕਿਵੇਂ ਦਿੰਦੇ ਨੇ। ਵੇਖੋ ਕਿਸ ਤਰ੍ਹਾਂ ਘਟਨਾ ਵਾਪਰਦੀ ਹੈ ਕਿ ਉਸ ਸਮੇਂ ਜਦੋਂ ਅਮਰੀਕਾ ਦੇ ਵਿੱਚ ਕੋਈ ਇਹਨਾਂ ਦੇ ਘਰਾਣੇ ਨਾਲ ਸੰਬੰਧਿਤ ਬੈਂਕ ਨਹੀਂ ਹੈ, ਔਰ ਕੁਛ ਘਰਾਣੇ ਜਿਹੜੇ ਅਮਰੀਕਾ ਦੇ ਬਹੁਤ ਅਮੀਰ ਘਰਾਣੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਸਭ ਤੋਂ ਕਹਿ ਸਕਦੇ ਹੋ ਕਿ ਅਮੀਰ ਵਿਅਕਤੀ ਜੈਕਬ ਐਸਟਰ, ਇਸੇ ਤਰ੍ਹਾਂ ਮੈਸੀ ਸਟੋਰ ਦਾ ਮਾਲਕ ਈਸਾਡੋਰ ਸਟਰਾਸ, ਅਤੇ ਉਸ ਤੋਂ ਬਾਅਦ ਬੈਂਜਾਮਿਨ ਮਗਨਹਾਈਮ। ਇਹ ਉਸ ਵੇਲੇ ਦੇ ਅਮਰੀਕਾ ਦੇ ਉਹ ਅਮੀਰ ਨੇ ਜਿਹੜੇ ਇਹਨਾਂ ਬਹੁਤ ਵੱਡੇ ਬੈਂਕਰਸ ਜਿਨ੍ਹਾਂ ਦੇ ਵਿੱਚ JP ਮੋਰਗਨਸ ਆ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਰੌਕਫੈਲਰਸ ਆ ਜਾਂਦੇ ਨੇ, ਰੌਥਚਾਈਲਡ ਆ ਜਾਂਦੇ ਨੇ, ਉਹਨਾਂ ਦਾ ਰਾਹ ਰੋਕ ਕੇ ਖੜੇ ਸੀ ਅਤੇ ਇੱਕ ਟਾਈਟੈਨਿਕ ਨੂੰ ਡੁਬਾਉਣ ਦੇ ਨਾਲ ਉਹਨਾਂ ਨੇ ਆਪਣੇ ਰਸਤੇ ਨੂੰ ਕਿਵੇਂ ਸਾਫ਼ ਕੀਤਾ। ਜਦੋਂ ਤੁਸੀਂ ਬਹੁਤ ਹੀ ਵਿਸਥਾਰ ਦੇ ਵਿੱਚ ਇਹਦਾ ਅਧਿਐਨ ਕਰੋਗੇ ਤਾਂ ਜਿਸ ਕੰਪਨੀ ਨੇ ਟਾਈਟੈਨਿਕ ਸਮੁੰਦਰੀ ਜਹਾਜ਼ ਨੂੰ ਬਣਾਇਆ ਸੀ ਉਹਦੇ ਜਿਹੜੇ ਮਾਲਕ ਨੇ ਉਹ ਵੀ ਕਿਤੇ ਨਾ ਕਿਤੇ JP ਮੋਰਗਨ ਨੇ। ਸੋ ਇਹਨਾਂ ਸਾਰੀਆਂ ਘਟਨਾਵਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਸਮਝਣਾ ਬਹੁਤ ਜ਼ਰੂਰੀ ਹੈ। ਜੇਕਰ ਨਹੀਂ ਸਮਝਾਂਗੇ ਤਾਂ ਬੇਸ਼ੱਕ ਅਸੀਂ ਜਿਸਮਾਨੀ ਤਾਕਤ ਦੇ ਨਾਲ, ਖਾਸ ਕਰਕੇ ਸਾਡੀ ਪੰਜਾਬੀਆਂ ਦੀ ਇੱਕ ਮੁਹਾਰਤ ਹੈ ਕਿ ਅਸੀਂ ਜਿਸਮਾਨੀ ਤਾਕਤ ਦੇ ਨਾਲ ਲੜਨ ਵਾਲੇ ਲੋਕ ਤਾਂ ਹਾਂ, ਪਰ ਬਹੁਤ ਸਾਰੇ ਐਸੇ ਖੇਤਰ ਨੇ
ਜਿੱਥੇ ਕੇਵਲ ਤੇ ਕੇਵਲ ਜਿਸਮਾਨੀ ਤਾਕਤ ਦੇ ਨਾਲ ਜਿੱਤ ਪ੍ਰਾਪਤ ਨਹੀਂ ਕੀਤੀ ਜਾ ਸਕਦੀ, ਉਸ ਖੇਤਰ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਮਾਨਸਿਕ ਤੌਰ ਤੇ ਉੱਪਰ ਵੀ ਤਿਆਰ ਹੋਣ ਦੀ ਲੋੜ ਹੁੰਦੀ ਹੈ। ਪਿੱਛੇ ਜੇ ਤਕਰੀਬਨ 8 ਮਾਰਚ 2014 ਦੇ ਵਿੱਚ ਇੱਕ ਘਟਨਾ ਵਾਪਰੀ ਸੀ ਕਿ ਮਲੇਸ਼ੀਅਨ ਏਅਰਲਾਈਨ ਦੀ ਇੱਕ ਫਲਾਈਟ MH370 ਅਜੇ ਤੱਕ ਨਹੀਂ ਲੱਭੀ। ਉਡਾਨ ਭਰੀ, ਪਾਇਲਟ ਜ਼ਹੀਰ ਅਹਿਮਦ ਸ਼ਾਹ ਸੀ। ਉਡਾਨ ਭਰੀ, ਅਜੇ ਤੱਕ ਉਸ ਫਲਾਈਟ ਦਾ ਕੋਈ ਪਤਾ ਨਹੀਂ ਲੱਗਾ। ਜਦੋਂ ਤੁਸੀਂ ਉਸ ਫਲਾਈਟ ਦੀਆਂ ਕੌਨਸਪੀਰੇਸੀ ਥਿਊਰੀਜ਼ ਦੇ ਬਾਰੇ, ਜਿਹੜੀਆਂ ਸਾਜ਼ਿਸ਼ੀ ਘਟਨਾਵਾਂ ਤੇ ਕਹਾਣੀਆਂ ਨੇ, ਜਦੋਂ ਉਹਨਾਂ ਦੇ ਬਾਰੇ ਵੱਖ-ਵੱਖ ਸਰੋਤਾਂ ਦੇ ਵਿੱਚੋਂ ਅਧਿਐਨ ਕਰੋਗੇ, ਉਹ ਚਾਹੇ ਮੁਸਲਿਮ ਨਿਊਜ਼ ਮੈਗਜ਼ੀਨ MNM, ਉਹਦੇ ਉੱਪਰ ਸਰਚ ਕਰਕੇ ਵੇਖ ਲਓ, ਜਾਂ ਫਿਰ ਇੱਕ ਰਾਈਟਰ ਹੋਏ ਨੇ ਡੇਵਿਡ ਮਿਕਲਸਨ, ਉਹਨਾਂ ਦਾ ਇੱਕ ਬਹੁਤ ਸਾਰਾ ਖੋਜ ਭਰਪੂਰ ਲੇਖ ਹੈ, ਜਾਂ ਫਿਰ ਤੁਸੀਂ ਉਸ ਦਾ ਅਧਿਐਨ ਕਰਕੇ ਵੇਖ ਲਓ। ਬੇਸ਼ੱਕ ਕਿ ਜਿਸ ਵੇਲੇ ਇਹ ਫਲਾਈਟ ਲਾਪਤਾ ਹੋਈ ਸੀ, ਤਕਰੀਬਨ 14 ਤੋਂ ਬਾਅਦ ਅੱਜ 7 ਸਾਲ ਹੋ ਗਏ ਨੇ। ਇੰਨੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਸਾਜ਼ਿਸ਼ਾਂ, ਬਹੁਤ ਸਾਰੀਆਂ ਕਹਾਣੀਆਂ, ਬਹੁਤ ਸਾਰੇ ਵਰਤਾਰੇ ਸਾਡੇ ਸਾਹਮਣੇ ਆਏ। ਕਿਸੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਨਹੀਂ, ਉਹਦੇ ਵਿੱਚ ਕੁਝ ਖਾਸ ਵਿਅਕਤੀ ਸਨ ਜਿਸ ਕਰਕੇ ਚੀਨ ਨੇ ਉਸ ਫਲਾਈਟ ਦਾ ਨੁਕਸਾਨ ਕਰ ਦਿੱਤਾ। ਕਿਤੇ ਉਸ ਦੀ ਤਬਾਹ ਹੋਣ ਦੇ ਪਿੱਛੇ ਅਲ ਕਾਇਦਾ ਦਾ ਹੱਥ ਹੋਣ ਦੀ ਗੱਲ ਕੀਤੀ ਜਾ ਰਹੀ ਸੀ। ਕਿਤੇ ਗੱਲ ਇਹ ਵੀ ਆਈ ਸੀ ਕਿ ਉਸ ਨੂੰ ਪਾਕਿਸਤਾਨ ਦੇ ਵਿੱਚ ਕਿਤੇ ਉਤਾਰ ਲਿਆ ਗਿਆ ਹੈ। ਕਿਤੇ ਰੂਸ ਦਾ ਨਾਂ, ਇੱਥੋਂ ਤੱਕ ਕਿ ਕਿਤੇ ਅਮਰੀਕਾ ਦਾ ਨਾਂ, ਕਿ ਉਹਦੇ ਜਹਾਜ਼, ਜਿਹੜੇ ਸਮੁੰਦਰੀ ਜਹਾਜ਼ ਜਿਹੜੇ ਥਾਈਲੈਂਡ ਦੇ ਸਮੁੰਦਰੀ ਖੇਤਰ ਦੇ ਵਿੱਚ ਜੰਗੀ ਮਸ਼ਕਾਂ ਕਰ ਰਹੇ ਸੀ, ਉਹਨਾਂ ਦੇ ਕੋਲੋਂ ਕੋਈ ਮਿਜ਼ਾਈਲ ਦਾਗੀ ਗਈ, ਜਿਸ ਕਰਕੇ ਇਹ ਜਿਹੜੀ ਫਲਾਈਟ ਸੀ ਇਹ ਤਬਾਹ ਹੋ ਗਈ, ਜਹਾਜ਼ ਤਬਾਹ ਹੋ ਗਿਆ। ਮਲਬਾ ਮਿਲਿਆ, ਜਿਸ ਦੇ ਉੱਪਰ ਬਾਅਦ ਦੇ ਵਿੱਚ ਜਿਹੜੀ ਸੀ ਉਹ ਖੋਜ ਸ਼ੁਰੂ ਕੀਤੀ ਗਈ। ਜਿਹੜੀ ਖੋਜ ਸ਼ੁਰੂ ਕੀਤੀ ਗਈ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਦੇ ਵੱਲੋਂ ਕੀਤੀ ਗਈ, ਤੇ ਇੱਕ ਗੱਲ ਸਾਹਮਣੇ ਆ ਗਈ ਕਿ ਮਾਸ ਹਾਈਪੋਕਸੀਆ, ਕਿ ਜਿਸ ਵੇਲੇ ਉਹ ਉਡਾਨ ਉੱਡ ਰਹੀ ਸੀ ਉਹਦੇ ਵਿੱਚ ਕੋਈ ਤਕਨੀਕੀ ਖਰਾਬੀ ਆਈ। ਉਸ ਤਕਨੀਕੀ ਖਰਾਬੀ ਦੇ ਸਦਕਾ ਸਾਰੇ ਜਹਾਜ਼ ਦੇ ਵਿੱਚ ਜਿਹੜੀ ਆਕਸੀਜਨ ਦੀ ਸਪਲਾਈ ਸੀ ਉਹ ਬੰਦ ਹੋ ਗਈ। ਉਸ ਫਲਾਈਟ ਦੇ ਦੌਰਾਨ ਹੀ ਪਾਇਲਟ ਤੋਂ ਲੈ ਕੇ ਬਾਕੀ ਕ੍ਰਿਊ ਤੋਂ ਲੈ ਕੇ ਜਾਂ ਫਿਰ ਜਿੰਨੀਆਂ ਵੀ ਸਵਾਰੀਆਂ ਸਨ, ਉਹਨਾਂ ਸਾਰੀਆਂ ਦੀ ਮੌਤ ਹੋ ਗਈ ਆਕਸੀਜਨ ਨਾ ਮਿਲਣ ਕਰਕੇ। ਜਿੰਨਾ ਚਿਰ ਤੱਕ ਜਹਾਜ਼ ਦੇ ਵਿੱਚ ਤੇਲ ਸੀ, ਉਹਨਾਂ ਚਿਰ ਜਹਾਜ਼ ਤਾਂ ਆਟੋ ਪਾਇਲਟ ਮੋਡ ਦੇ ਉੱਪਰ ਉੱਡਦਾ ਰਿਹਾ। ਜਦੋਂ ਤੇਲ ਖਤਮ ਹੋ ਗਿਆ ਤੇ ਫ੍ਰੀਲੀ ਫਾਲਿੰਗ, ਇੱਕਦਮ ਸਮੁੰਦਰ ਦੇ ਵਿੱਚ ਡਿੱਗ ਕੇ ਤਬਾਹ ਹੋ ਗਿਆ। ਇੱਕ ਛੋਟਾ ਜਿਹਾ ਉਹਦਾ ਮਲਬੇ ਦਾ ਟੁਕੜਾ ਵੀ ਮਿਲਿਆ ਸੀ। ਪਰ ਜਦੋਂ ਇਸ ਦੀਆਂ ਸਾਜ਼ਿਸ਼ੀ ਵਰਤਾਰਿਆਂ ਦੀ ਗੱਲਬਾਤ ਮੀਡੀਆ ਦੇ ਵਿੱਚ ਸ਼ੁਰੂ ਹੋਈ ਤਾਂ ਸਾਰਾ ਘਟਨਾਕ੍ਰਮ ਕੁਝ ਹੋਰ ਹੀ ਨਿਕਲਿਆ। ਇਸ ਸਾਰੇ ਘਟਨਾਕ੍ਰਮ ਦੇ ਪਿੱਛੇ ਜੋ ਕੁਝ ਆਇਆ ਉਹ ਬੜਾ ਵਿਲੱਖਣ ਸੀ। ਉਹਦੇ ਵਿੱਚ ਇਹ ਸੀ ਕਿ ਇਸ ਫਲਾਈਟ ਦੇ ਵਿੱਚ 20 ਇੰਜੀਨੀਅਰ ਇੱਕ ਕੰਪਨੀ ਦੇ ਸਨ, ਜਿਸ ਕੰਪਨੀ ਦਾ ਆਪਣਾ ਇੱਕ ਬਹੁਤ ਵੱਡਾ, ਕਹਿ ਸਕਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਕੰਪਿਊਟਰ ਉਪਕਰਨ ਜਾਂ ਨਵੀਨਤਮ ਟੈਕਨੋਲੋਜੀ ਬਣਾਉਣ ਦਾ ਕਾਰਜ ਸੀ। ਸੈਮੀ ਕੰਡਕਟਰ ਬਣਾਉਣ ਵਾਲੀ ਕੰਪਨੀ ਫ੍ਰੀ ਸਕੇਲ ਦੇ 20 ਇੰਜੀਨੀਅਰ ਉਸ ਫਲਾਈਟ ਦੇ ਵਿੱਚ ਸਫ਼ਰ ਕਰ ਰਹੇ ਸੀ। ਔਰ ਇਹ ਜਿਹੜੀ ਫ੍ਰੀ ਸਕੇਲ ਕੰਪਨੀ ਹੈ, ਇਹਦੇ ਵੱਲੋਂ ਛੋਟੀਆਂ-ਮੋਟੀਆਂ, ਕਹਿ ਸਕਦੇ ਹੋ ਕਿ ਟੈਕਨੋਲੋਜੀ ਦੇ ਉੱਪਰ ਕੰਮ ਨਹੀਂ ਸੀ ਕੀਤਾ ਜਾਂਦਾ, ਬਲਕਿ ਅਮਰੀਕਾ ਦੀ ਫੌਜ ਦੇ ਵਾਸਤੇ ਵੀ ਰਡਾਰ ਟੈਕਨੋਲੋਜੀ, ਇਹਦੇ ਤੋਂ ਇਲਾਵਾ ਨੈਵੀਗੇਸ਼ਨ, ਫਿਰ ਬਹੁਤ ਸਾਰੀਆਂ ਜਿਹੜੀਆਂ ਕਿ ਤਕਨੀਕਾਂ ਜੰਗ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਾਰਜਸ਼ੀਲ ਹੋਣਗੀਆਂ, ਉਹਨਾਂ ਬਹੁਤ ਵੱਡੇ ਪੱਧਰ ਦੀਆਂ ਤਕਨੀਕਾਂ ਦੇ ਉੱਪਰ ਕਾਰਜ ਕੀਤਾ ਜਾਂਦਾ ਸੀ। ਇਹ ਜਿਹੜੇ 20 ਇੰਜੀਨੀਅਰ ਇਸ ਫ੍ਰੀ ਸਕੇਲ ਜਿਹੜੀ ਕੰਪਨੀ ਸੀ, ਸੈਮੀ ਕੰਡਕਟਰ ਬਣਾਉਂਦੀ ਸੀ, ਇਸ ਦੇ ਜਿਹੜੇ 20 ਇੰਜੀਨੀਅਰ ਇਸ ਫਲਾਈਟ ਦੇ ਵਿੱਚ ਸਫ਼ਰ ਕਰ ਰਹੇ ਸਨ, ਉਹਨਾਂ ਦੇ ਵਿੱਚੋਂ 4 ਉਹ ਇੰਜੀਨੀਅਰ ਸਨ ਜਿਨ੍ਹਾਂ ਦੀ ਕੰਪਨੀ ਦੇ ਵਿੱਚ 20% ਕਰਕੇ 80% ਹਿੱਸੇਦਾਰੀ ਸੀ। ਔਰ 20% ਕੰਪਨੀ ਜਿਹੜੀ ਹੈ
ਉਹ ਫ੍ਰੀ ਸਕੇਲ ਕੰਪਨੀ ਦੀ ਹਿੱਸੇਦਾਰੀ ਸੀ। ਹੁਣ ਇਹਨਾਂ ਦੇ ਵਿੱਚ ਪੈਂਗੋਂਗ ਵਾਂਗ 20% ਦਾ ਹਿੱਸੇਦਾਰ ਸੀ, ਜ਼ੀਹੂ ਚੀ 20% ਦਾ ਹਿੱਸੇਦਾਰ ਸੀ। ਇਸ ਤੋਂ ਇਲਾਵਾ ਚੀ ਹੋਂਗ ਉਹ ਵੀ 20% ਦਾ ਹਿੱਸੇਦਾਰ, ਤੇ ਉਸ ਤੋਂ ਬਾਅਦ ਲੀ ਜ਼ਿੰਗ ਉਹ ਵੀ 20% ਦਾ ਹਿੱਸੇਦਾਰ। ਭਾਵ ਕਿ ਇਹ 4 ਲੋਕ ਉਹ ਸਨ ਜਿਹੜੇ ਕੰਪਨੀ ਦੇ ਵਿੱਚ 20% ਦੀ ਹਿੱਸੇਦਾਰੀ ਰੱਖਦੇ ਸਨ। ਉਸ ਫਲਾਈਟ ਦੇ ਵਿੱਚ ਇਹ ਲਾਪਤਾ ਹੋ ਗਏ, ਮਾਰੇ ਗਏ। ਇਹਨਾਂ ਦੇ ਨਾਲ ਅੰਤਮ ਸਮੇਂ ਦੇ ਵਿੱਚ ਕੀ ਵਾਪਰਿਆ, ਕਿਸੇ ਕੋਲ ਕੋਈ ਸਬੂਤ ਨਹੀਂ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਟਾਈਟੈਨਿਕ ਡੁੱਬਦਾ ਹੈ ਤੇ ਉਹਦੇ ਵਿੱਚ ਬੈਂਜਾਮਿਨ ਦੇ ਨਾਲ ਜਾਂ ਫਿਰ ਜੈਕਬ ਐਸਟਰ ਦੇ ਨਾਲ ਜਾਂ ਫਿਰ ਉਹ ਜਿਹੜਾ ਇਸਾਡੋਰ ਸੀ ਮੈਸੀ ਸਟੋਰ ਦਾ ਮਾਲਕ, ਉਹਨਾਂ ਦੇ ਨਾਲ ਕੀ ਵਾਪਰਿਆ ਹੋਵੇਗਾ, ਕਿਸੇ ਨੂੰ ਕੁਝ ਪਤਾ ਨਹੀਂ। ਸੋ ਇਸੇ ਤਰ੍ਹਾਂ ਇਹ 4 ਜਿਹੜੇ ਉਹਨਾਂ ਦੇ ਤਕਨੀਕੀ ਇੰਜੀਨੀਅਰ ਨੇ, ਜਾਂ ਤਕਨੀਕ ਦੇ ਕਹਿ ਸਕਦੇ ਹੋ ਕਿ ਜਿਹੜੇ ਖਾਸ 4 ਦਿਮਾਗ ਨੇ, ਜਿਨ੍ਹਾਂ ਦੀ ਕੰਪਨੀ ਦੇ ਵਿੱਚ 20% ਹਿੱਸੇਦਾਰੀ ਹੈ, ਉਹ ਸੰਸਾਰ ਤੋਂ ਕੂਚ ਕਰ ਜਾਂਦੇ ਨੇ ਇਸ ਫਲਾਈਟ ਦੇ ਵਿੱਚ। ਤੇ ਉਹਨਾਂ ਦਾ ਜਿਹੜਾ 20% ਹਿੱਸਾ ਹੈ ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਮਿਲਦਾ, ਬਲਕਿ ਉਹ ਹਿੱਸਾ ਕੰਪਨੀ ਨੂੰ ਚਲਾ ਜਾਂਦਾ ਹੈ। ਭਾਵ ਕਿ ਹੁਣ ਜਿਹੜੀ ਕੰਪਨੀ ਹੈ ਉਹਦੀ 100% ਮਲਕੀਅਤ ਹੈ ਆਪਣੇ ਸਾਰੇ ਹੀ ਸੌਫਟਵੇਅਰ ਦੇ ਉੱਪਰ, ਜਾਂ ਫ੍ਰੀ ਸਕੇਲ ਕੰਪਨੀ ਜਿੰਨਾ ਵੀ ਕੁਝ ਤਿਆਰ ਕਰਦੀ ਹੈ। ਔਰ ਇਸੇ ਕੰਪਨੀ ਦੇ ਵਿੱਚ ਇੱਕ ਹੋਰ ਕੰਪਨੀ ਨੇ ਸ਼ੇਅਰ ਖਰੀਦੇ ਹੋਏ ਸੀ, ਉਸ ਕੰਪਨੀ ਦਾ ਨਾਂ ਸੀ ਬਲੈਕਸਟੋਨ। ਤੇ ਜਿਹੜੀ ਬਲੈਕਸਟੋਨ ਕੰਪਨੀ ਹੈ ਉਸ ਦਾ ਮਾਲਕ ਸੀ ਇਰਵਨ ਜੈਕਬ ਰੌਥਚਾਈਲਡ ਘਰਾਣੇ ਦੇ ਵਿੱਚੋਂ। ਜਿਹੜੀਆਂ ਮੇਰੀਆਂ ਪਿਛਲੀਆਂ ਵੀਡੀਓਜ਼ ਨੇ ਤੁਸੀਂ ਉਹਨਾਂ ਦੇ ਵਿੱਚ ਵੇਖ ਸਕਦੇ ਹੋ ਕਿ ਇਹ ਜਿਹੜੇ ਰੌਥਚਾਈਲਡ, ਰੌਕਫੈਲਰ ਜਾਂ ਫਿਰ ਜੇਪੀ ਮੋਰਗਨ ਘਰਾਣੇ ਨੇ, ਇਹ ਦੁਨੀਆ ਦੇ ਸਾਰੇ ਸਰੋਤਾਂ ਦੇ ਉੱਪਰ ਕਿਸੇ ਸਮੇਂ ਹਥਿਆਰਾਂ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਕਾਬਜ਼ ਸਨ, ਬੈਂਕਿੰਗ ਸੈਕਟਰ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਕਾਬਜ਼ ਨੇ, ਦੁਨੀਆ ਦੇ ਸੋਨੇ ਦੇ ਉੱਪਰ ਇਹ ਕਾਬਜ਼ ਨੇ, ਤੇਲ ਭੰਡਾਰਾਂ ਦੇ ਉੱਪਰ ਇਹ ਕਾਬਜ਼ ਨੇ, ਦਵਾਈਆਂ ਦੇ ਖੇਤਰ ਦੇ ਵਿੱਚ ਇਹ ਕਾਬਜ਼ ਨੇ। ਇੱਥੋਂ ਤੱਕ ਕਿ ਜਿਹੜੀਆਂ ਖੇਤੀ ਨਾਲ ਸੰਬੰਧਿਤ ਦਵਾਈਆਂ ਨੇ, ਅਸੀਂ ਅਕਸਰ ਮਨਸੈਂਟੋ ਦੀਆਂ ਮਚੈਟੀ ਵਗੈਰਾ ਝੋਨੇ ਦੇ ਵਾਸਤੇ ਵਰਤਿਆ ਕਰਦੇ ਸੀ, ਨਦੀਨ ਨਾਸ਼ਕ, ਜਿੰਨੇ ਵੀ ਇਨਸੈਕਟੀਸਾਈਡ, ਪੈਸਟੀਸਾਈਡ, ਵੀਡੀਸਾਈਡ ਨੇ, ਉਹਨਾਂ ਸਾਰਿਆਂ ਦੇ ਉੱਪਰ ਇਹ ਘਰਾਣੇ ਜਿਹੜੇ ਨੇ ਕਾਬਜ਼ ਨੇ। ਹੁਣ ਇੱਕ ਚੀਜ਼ ਅਨਾਜ ਰਹਿ ਗਈ ਸੀ ਜਿੱਥੇ ਕਿਸਾਨ ਕਾਬਜ਼ ਸੀ, ਸੋ ਉਸ ਨੂੰ ਵੀ ਆਪਣੇ ਦਾਇਰੇ ਦੇ ਵਿੱਚ ਲਿਆਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪਰ ਮੈਂ ਤੁਹਾਡੇ ਨਾਲ ਇਹ ਤੋਂ ਥੋੜ੍ਹੀ ਅਗਲੀ ਗੱਲ ਜਿਹੜੀ ਹੈ ਉਹ ਸਾਂਝੀ ਕਰਨਾ ਚਾਹੁੰਦਾ ਕਿ ਇਸ ਫ੍ਰੀ ਸਕੇਲ ਕੰਪਨੀ ਦੇ ਵਿੱਚ ਇੱਕ ਵੱਡਾ ਸ਼ੇਅਰ ਹੋਲਡਰ ਹੈ, ਉਹ ਹੈ ਬਲੈਕਸਟੋਨ ਕੰਪਨੀ। ਤੇ ਜਿਹੜੀ ਬਲੈਕਸਟੋਨ ਕੰਪਨੀ ਹੈ ਉਸ ਦੇ ਮਾਲਕ ਜਿਹੜੇ ਨੇ ਉਹ ਰੌਥਚਾਈਲਡ ਨੇ, ਜੈਕਬ ਰੌਥਚਾਈਲਡ। ਇੱਕ ਕੰਪਨੀ ਹੋਰ ਸਾਹਮਣੇ ਆਉਂਦੀ ਹੈ, ਉਹ ਕੰਪਨੀ ਫਿਰ ਕੀ ਕਰਦੀ ਹੈ ਕਿ ਹੌਲੀ ਹੌਲੀ ਇਹ ਜਿਹੜੀ ਕੰਪਨੀ ਹੈ ਇਹ ਸਾਰੀ ਅਧਿਕਾਰ ਖੇਤਰ ਦੇ ਵਿੱਚ ਆ ਜਾਂਦੀ ਹੈ ਰੌਥਚਾਈਲਡ ਦੇ, ਬਲੈਕਸਟੋਨ ਕੰਪਨੀ ਦੇ ਰਾਹੀਂ। ਤੇ ਇਸ ਸਾਰੀ ਫਿਰ ਕੰਪਨੀ ਨੂੰ ਇੱਕ ਹੋਰ ਕੰਪਨੀ ਖਰੀਦ ਲੈਂਦੀ ਹੈ, ਤੇ ਜਿਹੜੀ ਕੰਪਨੀ ਫਿਰ ਇਸ ਨੂੰ ਖਰੀਦਦੀ ਹੈ ਉਹਦੇ ਸਦਕਾ ਇਹ ਸਾਰੀ ਜਿੰਨੀ ਕਹਿ ਸਕਦੇ ਹੋ ਕਿ ਤਕਨੀਕ ਦੇ ਜਿਹੜੇ ਮਾਲਕ ਨੇ, ਜਿਹੜੀ ਕਿ ਬਿਲੀਅਨ ਡਾਲਰਸ ਦੀ ਹੈ, ਇਸ ਸਾਰੀ ਟੈਕਨੀਕ ਦੇ ਜਿਹੜੇ ਮਾਲਕ ਨੇ ਉਹ ਰੌਥਚਾਈਲਡ ਘਰਾਣੇ ਬਣ ਜਾਂਦੇ ਨੇ। ਔਰ ਇਹ ਜਿਹੜੀ ਕੰਪਨੀ ਦਾ ਜਿਹੜਾ ਸ਼ੇਅਰ ਜਿਸ ਦੇ ਨਾਮ ਅਧੀਨ ਸੀ, ਜਿਹੜੀ ਕੰਪਨੀ ਸੀਗੀ ਬਲੈਕਸਟੋਨ ਜਿਹੜੀ ਹੈ ਕੁਆਂਟਮ ਕਾਲ ਦੇ ਅਧੀਨ ਚਲੀ ਜਾਂਦੀ ਹੈ। ਤੇ ਹੁਣ ਮੈਂ ਦੱਸ ਦੇਵਾਂ ਕਿ ਕੁਆਂਟਮ ਕਾਲ, ਜਿਸ ਨੂੰ QC ਵੀ ਕਿਹਾ ਜਾਂਦਾ ਹੈ, ਇਹ ਉਹੀ ਕੰਪਨੀ ਹੈ ਜਿਸ ਨੇ EVM ਮਸ਼ੀਨ ਦੀਆਂ ਚਿਪਸ ਤਿਆਰ ਕੀਤੀਆਂ ਸੀਗੀਆਂ, ਜਿਹੜੀ ਹਿੰਦੁਸਤਾਨ ਦੇ ਵਿੱਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਜਿਹੜੀ ਹੈ ਉਹ ਵਰਤੀ ਜਾਂਦੀ ਹੈ। ਹੁਣ ਤੁਸੀਂ ਇਸ ਤੋਂ ਅੱਗੇ ਹੋਰ ਥੋੜ੍ਹਾ ਸੋਚ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੇਕਰ ਹਿੰਦੁਸਤਾਨ ਦੀ ਰਾਜਸੀ ਸੱਤਾ ਦੇ ਉੱਪਰ ਕੁਝ ਖਾਸ ਰਾਜਨੀਤਿਕ ਵਿਅਕਤੀਆਂ ਨੇ ਕਾਬਜ਼ ਹੋਣਾ ਹੈ, ਤਾਂ ਉਹਨਾਂ ਦੇ ਵਾਸਤੇ EVM ਜਿਹੜੀਆਂ ਨੇ ਉਹ ਵਰਦਾਨ ਨੇ। EVM ਦਾ ਕੰਟਰੋਲ ਕਿਸੇ ਹੋਰ ਦੇ ਕੋਲ ਹੈ, ਉਹ ਕੰਟਰੋਲ, ਉਹਦੀ ਮਲਕੀਅਤ ਜਿਹੜੀ ਹੈ ਉਹ ਦੁਨੀਆ ਦੇ ਵੱਡੇ ਬੈਂਕਰਾਂ ਦੇ ਕੋਲ ਹੈ। ਹੁਣ ਮੇਰੇ ਖਿਆਲ ਦੇ ਨਾਲ ਤੁਹਾਨੂੰ ਉਹ ਸਾਰੀ ਸਮਝ ਜਿਹੜੀ ਹੈ
ਉਹ ਆ ਗਈ ਹੋਵੇਗੀ ਕਿ ਕਿਸ ਤਰ੍ਹਾਂ ਦੇ ਨਾਲ ਇਹ ਵੱਡੇ ਸਨਅਤੀ ਘਰਾਣੇ, ਇਹ ਜਿਹੜੇ ਬੈਂਕਰ ਨੇ, ਇਹ ਸਾਰੀ ਦੁਨੀਆ ਦੀ ਆਰਥਿਕਤਾ ਨੂੰ ਆਪਣੇ ਕਬਜ਼ੇ ਹੇਠ ਕਰਨਾ ਚਾਹੁੰਦੇ ਨੇ ਤੇ ਦੇਸ਼ਾਂ ਦੀਆਂ ਜਿਹੜੇ ਸਿਆਸੀ ਨਿਜ਼ਾਮ ਨੇ ਉਹ ਕਿਸ ਤਰ੍ਹਾਂ ਦੇ ਨਾਲ ਇਹਨਾਂ ਦੇ ਹੱਥ ਠੋਕੇ ਬਣੇ ਹੋਏ ਨੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।